ਇੱਕ ਬੇਹੱਦ ਹੀ ਦਰਦਨਾਕ ਅਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਪਿੰਡ ਗਿਲਬੱਤੀ ਤੋਂ। ਇੱਥੇ ਇੱਕ ਮਾਸੂਮ 2 ਸਾਲ ਦਾ ਬੱਚਾ ਆਪਣੇ ਪਿਤਾ ਦੇ ਨਾਲ ਆਰਾਮ ਦੇ ਨਾਲ ਸੋ ਰਿਹਾ ਸੀ, ਪਰ ਅਚਾਨਕ ਜਦੋਂ ਪਿਤਾ ਕਮਰੇ ਤੋਂ ਬਾਹਰ ਗਿਆ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਇਸ ਬੱਚੇ ਦੀ ਜਾਨ ਚਲੀ ਗਈ। ਸੀ ਲੜਕਾ 2 ਸਾਲ ਦਾ, ਇਹ 4-5 ਬੱਚੇ ਸੀ, ਦੋ ਮੁੰਡੇ ਸੀ ਸਾਡੇ ਤੇ ਉਧਰ ਜੇ ਦੂਜੇ ਕਮਰੇ 'ਚ ਜਾ ਵੜੇ। ਇਹ ਮੇਰੇ ਕੋਲ ਇਕੱਲਾ ਮੁੰਡਾ ਮੇਰੇ ਕੋਲ ਨਾਲ ਸੌਂ ਗਿਆ ਸੀ ਤੇ ਮੈਂ ਪਾਣੀ ਪੀਣ ਬਾਹਰ ਗਿਆ ਜੀ। ਉਹਨੂੰ ਪਤਾ ਹੀ ਨਹੀਂ ਲੱਗਿਆ ਜੀ, ਮੈਨੂੰ ਤਾਂ ਪਾਣੀ ਪੀਣ ਹੀ ਲੱਗਿਆ ਸੀ ਇਹ ਗਲਾਸ 'ਚ ਪਾ ਕੇ। ਉਹਨੂੰ ਕੱਢ ਲਿਆ ਸੀ ਇਹਨਾਂ ਨੇ ਵਿਚਾਰਿਆਂ ਨੇ। ਬਾਹਰ ਸੀ ਜਿਹੜਾ ਉਹ ਵੀ ਪੂਰਾ ਲੱਗਿਆ ਪਿਆ ਸੀ, ਸਾਰੇ ਡੱਗਾ ਨਾਲ ਧੱਕਿਆ ਪਿਆ ਸੀ। ਇਹਨਾਂ ਕੱਢ ਲਿਆ, ਫਿਰ ਇਹ ਆ ਗਏ ਵਿੱਚ ਇਹਨਾਂ ਨੇ ਬਾਹਰ ਵੀ ਖਿੱਚਿਆ, ਫਿਰ ਅੰਦਰ ਆਏ ਜੀ। ਫਿਰ ਇਹ ਬੱਚਾ ਹਸਪਤਾਲ ਲੈ ਕੇ ਗਏ। ਹਸਪਤਾਲ ਬਠਿੰਡੇ ਬੱਚਿਆਂ ਦਿੱਲੀ ਪਬਲਿਕ ਸਕੂਲ ਸੀ ਤੇ ਆਪਣਾ ਕਿੰਨੀ ਉਮਰ ਸੀ ਬੇਟੇ ਦੀ? 2 ਸਾਲ ਦੀ ਉਮਰ ਸੀ ਜੀ। ਪਹਿਲੇ ਹਸਪਤਾਲ 'ਚ ਉੱਤੇ ਸਾਨੂੰ ਜਵਾਬ ਦਿੱਤਾ ਕਿ ਗਾਂ ਲੈ ਜਾਓ ਤੁਸੀਂ ਬੱਚੇ ਨੂੰ। ਫਿਰ ਦੂਜੇ ਹਸਪਤਾਲ 'ਚ ਲੈ ਗਏ ਜੀ, ਉੱਥੇ ਵੀ ਦੱਸਿਆ ਜੀ ਕਿ ਤੁਸੀਂ ਗਾਂ ਉੱਧਰ ਲੈ ਜਾਓ ਜੀ। ਉੱਥੇ ਲੈ ਕੇ ਤੇ ਫਿਰ ਉਹਨਾਂ ਨੇ ਦੱਸਿਆ ਕਿ ਬਈ ਬੱਚੇ ਦਾ ਹੈ ਹੀ ਨਹੀਂ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਇਸ ਤਾਂ ਹੀ ਆਨੇ ਜੀ, ਸਾਨੂੰ ਗਰੀਬ ਬੰਦੇ ਆ ਸਾਰੇ ਹੀ ਤੇ ਜੀ ਦਿਹਾੜੀਦਾਰ ਬੰਦੇ ਜੀ, ਤੇ ਜੋ ਵੀ ਹੋ ਸਕੇ ਉਹ ਸਾਡੀ ਸਹਾਇਤਾ ਕਰ ਸਕਦੇ ਹਾਂ। ਇਹ ਸਾਰੀ ਦਰਦਨਾਕ ਘਟਨਾ ਦਾ ਜਦੋਂ ਆਸੇ-ਪਾਸੇ ਦੇ ਵਿੱਚ ਮੌਜੂਦ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਭੱਜ ਕੇ ਇਸ ਘਰ ਦੇ ਅੰਦਰ ਵੜੇ। ਮਲਬੇ ਹੇਠਾਂ ਦੱਬਿਆ ਹੋਇਆ ਉਹ 2 ਸਾਲ ਦਾ ਮਾਸੂਮ ਬੱਚਾ, ਜਿਸ ਨੂੰ ਕਿ ਘੜੀਸ ਕੇ ਬਾਹਰ ਕੱਢਿਆ ਗਿਆ। ਤੁਸੀਂ ਦੇਖ ਸਕਦੇ ਹੋ ਇਸ ਘਰ ਦੀ ਖਸਤਾ ਹਾਲਤ ਅਤੇ ਮੀਂਹ ਤੋਂ ਬਾਅਦ ਇਸ ਛੱਤ ਦਾ ਕੀ ਹਾਲ ਹੋਇਆ ਸੀ, ਜਿਸ ਕਰਕੇ ਇਹ ਛੱਤ ਉਸ ਬੱਚੇ ਦੇ ਉੱਪਰ ਜਾ ਡਿੱਗੀ। ਮਾਸੂਮ ਬੱਚਾ ਕਿੰਜ ਇਸ ਦੁਨੀਆ ਤੋਂ ਚਲਾ ਗਿਆ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਪਿਤਾ ਨੇ ਵੀ ਕਿਹਾ ਕਿ ਮੈਂ ਕੁਝ ਸਮੇਂ ਪਹਿਲਾਂ ਉਸੇ ਕਮਰੇ ਦੇ ਵਿੱਚ ਮੌਜੂਦ ਸੀ ਜਿੱਥੇ ਮੇਰਾ ਸੋਹਣਾ ਪੁੱਤ ਸੋ ਰਿਹਾ ਸੀ। ਮਲਬੇ ਹੇਠਾਂ ਤੋਂ ਦਿਖ ਰਿਹਾ ਇਹ ਸਰਾਣਾ, ਟੁੱਟੀ ਹੋਈਆਂ ਕੰਧਾਂ, ਛੱਤਾਂ ਅਤੇ ਵਹਿੰਦਾ ਹੋਇਆ ਚੋਂਦਾ ਹੋਇਆ ਪਾਣੀ, ਸਾਰੇ ਘਰ ਦਾ ਸਮਾਨ ਕਿਵੇਂ ਟੁੱਟ-ਫੁੱਟ ਗਿਆ ਉਹ ਵੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ। ਘਰ ਦੇ ਵਿੱਚ ਮੌਜੂਦ ਔਰਤਾਂ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਬਾਰ-ਬਾਰ ਇਸ ਗੱਲ ਨੂੰ ਲੈ ਕੇ ਲਾਹਨਤਾਂ ਪਾਈਆਂ ਜਾ ਰਹੀਆਂ ਸਨ ਕਿ ਆਖਿਰਕਾਰ ਇੱਥੇ ਮੀਂਹ ਪਿਆ ਹੀ ਕਿਉਂ। ਮਾਸੂਮ ਬੱਚੇ ਦੇ ਜਾਣ ਤੋਂ ਬਾਅਦ ਪਿਤਾ ਦੀ ਅੱਖਾਂ ਦੇ ਵਿੱਚ ਹੰਝੂ ਸੀ, ਜਿਸ ਦੇ ਵੱਲੋਂ ਦੱਸਿਆ ਗਿਆ ਕਿ ਮੈਂ ਕੁਝ ਹੀ ਮਿੰਟਾਂ ਦੇ ਲਈ ਉਸ ਕਮਰੇ ਤੋਂ ਬਾਹਰ ਗਿਆ ਸੀ, ਪਰ ਉਸੇ ਸਮੇਂ ਉਸ ਕਮਰੇ ਦੀ ਛੱਤ ਡਿੱਗ ਪੈਂਦੀ ਹੈ। ਪਿਤਾ 11:15 ਵਜੇ ਦਾ ਉਹ ਸਮਾਂ ਜਦੋਂ ਕਮਰੇ ਤੋਂ ਬਾਹਰ ਗਿਆ ਤਾਂ ਪਾਣੀ ਦਾ ਗਲਾਸ ਲੈਣ ਗਿਆ ਸੀ। ਪਾਣੀ ਪੀਣ ਹੀ ਲੱਗਿਆ ਸੀ ਕਿ ਛੱਤ ਡਿੱਗਣ ਦੀ ਆਵਾਜ਼ ਆਉਣ ਤੋਂ ਬਾਅਦ ਉਹ ਭੱਜ ਕੇ ਵਾਪਸ ਕਮਰੇ ਦੇ ਵੱਲ ਮੁੜਿਆ। ਉਸ ਕਮਰੇ ਦੀ ਛੱਤ ਉਸ ਸਮੇਂ ਤੱਕ ਡਿੱਗ ਚੁੱਕੀ ਸੀ। ਉਸ ਦਾ ਮਾਸੂਮ ਮਲਬੇ ਹੇਠਾਂ ਦੱਬਿਆ ਪਿਆ ਸੀ। ਉਸ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਆਪਣੇ ਬੱਚੇ ਨੂੰ ਬਾਹਰ ਕੱਢੇ ਤਾਂ ਕੱਢੇ ਕਿਵੇਂ। ਉਮੀਦ ਸੀ ਕਿ ਬੱਚਾ ਹਾਲੇ ਵੀ ਜ਼ਿੰਦਾ ਹੋਣਾ। ਆਸੇ-ਪਾਸੇ ਦੁਕਾਨਾਂ ਵਾਲੇ ਲੋਕ ਭੱਜ ਕੇ ਘਰ ਦੇ ਵਿੱਚ ਦਾਖਲ ਹੁੰਦੇ ਨੇ। ਮਲਬੇ ਨੂੰ ਪਰੇ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੱਚੇ ਦੀ ਥੋੜੀ ਜਿਹੀ ਝਲਕ ਦਿਖਣ ਤੋਂ ਬਾਅਦ ਉਸ ਨੂੰ ਘੜੀਸ ਕੇ ਬਾਹਰ ਕੱਢਿਆ ਗਿਆ। ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਬਿਨਾਂ ਦੇਰੀ ਕੀਤੇ ਹੋਏ ਉਸ ਨੂੰ ਬਠਿੰਡਾ ਦੇ ਹਸਪਤਾਲ ਲਿਜਾਂਦਾ ਗਿਆ ਸੀ, ਪਰ ਇੱਕ ਹਸਪਤਾਲ ਤੋਂ ਜਵਾਬ ਦੇ ਦਿੱਤਾ ਗਿਆ ਤਾਂ ਦੂਜੇ ਹਸਪਤਾਲ ਉਸ ਨੂੰ ਰੈਫਰ ਕੀਤਾ ਗਿਆ। ਉਸ ਤੋਂ ਬਾਅਦ ਇੱਕ ਵੱਡੇ ਹਸਪਤਾਲ ਭੇਜਣ ਦੀ ਗੱਲ ਡਾਕਟਰਾਂ ਨੇ ਕਹੀ ਅਤੇ ਉਸ ਹਸਪਤਾਲ ਦੇ ਵਿੱਚ ਜਾ ਕੇ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਬੱਚੇ ਦੇ ਵਿੱਚ ਹੁਣ ਕੁਝ ਵੀ ਨਹੀਂ ਬਚਿਆ। ਇਹ ਸੁਣ ਕੇ ਪਿਤਾ ਦੀ ਅੱਖਾਂ ਦੇ ਵਿੱਚੋਂ ਹੰਝੂ ਚੋਣ ਲੱਗੇ। ਬਠਿੰਡੇ ਦੇ ਗਿਲਬੱਤੀ ਪਿੰਡ ਤੋਂ ਹੀ ਸਾਰਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ 2 ਸਾਲ ਦੇ ਮਾਸੂਮ ਬੱਚੇ ਨੂੰ ਇੱਕ ਦਰਦਨਾਕ ਢੰਗ ਦੇ ਨਾਲ ਉਸ ਦੀ ਜਾਨ ਨਿਕਲੀ। ਉਸ ਦਾ ਅੰਤ ਅਜਿਹੇ ਤਰੀਕੇ ਦੇ ਨਾਲ ਹੋਇਆ ਜੋ ਕਦੇ ਕੋਈ ਸੋਚ ਵੀ ਨਹੀਂ ਸਕਦਾ ਸੀ। ਉਸ ਦਾ ਪਿਓ ਵੀ ਨਹੀਂ, ਜਿਹੜਾ ਉਸ ਸਮੇਂ ਕਮਰੇ ਦੇ ਵਿੱਚ ਹੀ ਮੌਜੂਦ ਸੀ। ਪਿਓ ਪੁੱਤ ਸੌ ਰਹੇ ਸੀ ਤਾਂ ਉਸੇ ਸਮੇਂ ਇਹ ਮਲਬਾ ਡਿੱਗਿਆ। ਪਿਓ ਕੁਝ ਸਕਿੰਟਾਂ ਦੇ ਲਈ ਬਾਹਰ ਆਉਂਦਾ ਹੈ ਕਮਰੇ ਤੋਂ ਅਤੇ ਇਹ ਸਾਰੀ ਘਟਨਾ ਪਿੱਛੋਂ ਵਾਪਰ ਜਾਂਦੀ ਹੈ। ਦੁਕਾਨ ਵਾਲਿਆਂ ਨੇ ਬੇਹੱਦ ਕੋਸ਼ਿਸ਼ ਕੀਤੀ ਕਿ ਉਸ ਬੱਚੇ ਨੂੰ ਬਚਾਇਆ ਜਾ ਸਕੇ, ਬਾਹਰ ਕੱਢਿਆ ਜਾ ਸਕੇ, ਪਰ ਉਸ ਦੇ ਵਿੱਚ ਵੀ ਉਹਨਾਂ ਨੂੰ ਕਾਮਯਾਬੀ ਨਾ ਮਿਲੀ। ਬਾਹਰ ਤਾਂ ਕੱਢ ਲਿਆ ਗਿਆ ਸੀ, ਪਰ ਉਹ ਉਸ ਸਮੇਂ ਤੱਕ ਠੰਡਾ ਪੈ ਚੁੱਕਿਆ ਸੀ। ਇੱਕ ਤੋਂ ਬਾਅਦ ਇੱਕ ਹਸਪਤਾਲ ਦੇ ਵਿੱਚ ਲੈ ਕੇ ਪਿਤਾ ਆਪਣੇ ਮਾਸੂਮ ਬੱਚੇ ਨੂੰ ਭੱਜਦੇ ਰਹੇ। 2 ਸਾਲ ਦੇ ਮਾਸੂਮ ਬੱਚੇ ਤੇ ਜਦੋਂ ਮਲਬਾ ਡਿੱਗਿਆ ਤਾਂ ਉਹ ਕਹਿਰ ਨੂੰ ਸਹਿਣ ਨਹੀਂ ਕਰ ਪਾਇਆ।
11:15 ਵਜੇ ਹੀ ਸਾਰੀ ਘਟਨਾ ਵਾਪਰੀ ਸੀ ਅਤੇ ਕੁਝ ਹੀ ਸਮੇਂ ਬਾਅਦ ਇਸ ਘਰ ਦੇ ਵਿੱਚੋਂ ਰੋਣ ਦੀਆਂ ਅਤੇ ਚੀਕ ਚਿੰਗਾੜੇ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਮੌਕੇ ਤੇ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਇਹ ਸਾਰੀ ਘਟਨਾ ਕਿਵੇਂ ਵਾਪਰੀ ਅਤੇ ਇਹ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ, ਜਿਸ ਕਰਕੇ ਮਾਲੀ ਹਾਲਤ ਬੇहद ਹੀ ਜ਼ਿਆਦਾ ਖਸਤਾ ਦੱਸੀ ਜਾ ਰਹੀ ਹੈ। ਘਰ ਦੇ ਵਿੱਚ ਖਿੰਡਿਆ ਹੋਇਆ ਇਹ ਸਮਾਨ ਇਸ ਗੱਲ ਦੀ ਗਵਾਹੀ ਭਰ ਰਿਹਾ ਕਿ ਕਿੰਨੀ ਜ਼ੋਰ ਦੀ ਮਲਬਾ ਡਿੱਗਿਆ ਅਤੇ ਕਮਰੇ ਦੇ ਵਿੱਚ ਪਿਆ ਸਾਰਾ ਸਮਾਨ ਹੀ ਤਹਿਸ-ਨਹਿਸ ਕਰਕੇ ਖਤਮ ਕਰ ਦਿੱਤਾ ਗਿਆ। ਸਭ ਤੋਂ ਵੱਡੀ ਗੱਲ ਉਹਨਾਂ ਦਾ 2 ਸਾਲ ਦਾ ਮਾਸੂਮ ਬੱਚਾ ਜਿਹੜਾ ਇਸ ਮਲਬੇ ਹੇਠ ਆ ਕੇ ਆਪਣੀ ਜਾਨ ਗਵਾ ਬੈਠਾ। ਪ੍ਰਸ਼ਾਸਨ ਅਤੇ ਬਾਕੀ ਲੋਕਾਂ ਤੋਂ ਅਪੀਲ ਅਤੇ ਉਮੀਦ ਰੱਖਦੇ ਹੋਏ ਪਰਿਵਾਰ ਨੇ ਕਿਹਾ ਕਿ ਸਾਡੀ ਮਾਲੀ ਸਹਾਇਤਾ ਕੀਤੀ ਜਾਵੇ। ਇਸ ਘਰ ਦੇ ਵਿੱਚ ਜਿਸ ਦਾ ਅੱਜ ਮਲਬਾ ਡਿੱਗਿਆ, ਇਸੇ ਘਰ ਦੇ ਵਿੱਚ ਕੁਝ ਹੋਰ ਬੱਚੇ ਅਤੇ ਉਸਦੇ ਮਾਪੇ ਵੀ ਰਹਿੰਦੇ ਨੇ। ਜੇਕਰ ਅਜਿਹੀ ਘਟਨਾ ਰੱਬ ਨਾ ਕਰੇ ਦੁਬਾਰਾ ਹੁੰਦੀ ਹੈ ਤਾਂ ਉਹਨਾਂ ਤੇ ਵੀ ਇਹ ਜਾਨ ਦਾ ਖਤਰਾ ਉਸੇ ਤਰ੍ਹਾਂ ਹੀ ਮੰਡਰਾ ਰਿਹਾ ਹੈ ਜਿਵੇਂ ਕਿ ਇਸ ਕਮਰੇ ਦੇ ਛੱਤ ਹੇਠਾਂ ਡਿੱਗੀ ਅਤੇ ਉਸ ਬੱਚੇ ਦੀ ਜਾਨ ਚਲੀ ਗਈ। ਦਰਅਸਲ ਕੁਝ ਸਮੇਂ ਪਹਿਲਾਂ ਵੀ ਅਜਿਹੀ ਖਬਰ ਸਾਹਮਣੇ ਆਈ ਸੀ ਜਿੱਥੇ ਪਾਤੜਾਂ ਵਿਖੇ ਪੂਰੇ ਪਰਿਵਾਰ ਦੇ ਉੱਪਰ ਛੱਤ ਡਿੱਗਣ ਤੋਂ ਬਾਅਦ ਪਤੀ ਪਤਨੀ ਸਮੇਤ 2 ਬੱਚੇ ਆਪਣੀ ਜਾਨ ਗਵਾ ਬੈਠੇ ਸਨ। ਉਸ ਤੋਂ ਬਾਅਦ ਵੀ ਜਦੋਂ ਪ੍ਰਸ਼ਾਸਨ ਵਾਲੇ ਪਿੰਡਾਂ ਵਾਲੇ ਸਰਪੰਚ ਲਿਖ ਕੇ ਦਿੰਦੇ ਨੇ ਕਿ ਇਹਨਾਂ ਘਰਾਂ ਦੀ ਹਾਲਤ ਖਸਤਾ ਹੈ ਤਾਂ ਇਹਨਾਂ ਨੂੰ ਚੈਕਿੰਗ ਦੇ ਲਈ ਉੱਪਰੋਂ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀ ਭੇਜੇ ਜਾਂਦੇ ਨੇ। ਜੇਕਰ ਉਹਨਾਂ ਦੇ ਮਾਪਦੰਡ ਤੇ ਇਹ ਸਹੀ ਨਾ ਉਤਰਨ ਤਾਂ ਫਿਰ ਇਹਨਾਂ ਦੀ ਕੋਈ ਮਾਲੀ ਸਹਾਇਤਾ ਸਰਕਾਰ ਦੇ ਵੱਲੋਂ ਵੀ ਨਹੀਂ ਕੀਤੀ ਜਾਂਦੀ। ਜਦੋਂ ਕੱਢ ਲਿਆ ਸੀ ਇਹਨਾਂ ਨੇ ਵਿਚਾਰਿਆਂ ਨੇ, ਬਾਹਰ ਸੀ ਜਿਹੜਾ ਉਹ ਡਿੱਗ ਗਈ ਸੀ ਤੇ ਉਦੋਂ ਬਾਅਦ ਮੈਂ ਭੱਜਿਆ ਜੀ ਤੇ ਕੋਈ ਵੀ ਨੇੜੇ ਕੋਈ ਵਿਚਾਰੇ ਦੁਕਾਨਾਂ ਵਾਲੇ ਸੀਗੇ, ਇਹ ਭੱਜ ਕੇ ਆਏ ਮੇਰੇ ਕੋਲ ਜੀ। ਮੈਂ ਅੰਦਰ ਜਾ ਵੜਿਆ, ਉਦੋਂ ਕੱਢ ਲਿਆ ਸੀ ਇਹਨਾਂ ਨੇ ਵਿਚਾਰਿਆਂ ਨੇ। ਬਾਹਰ ਸੀ ਜਿਹੜਾ ਉਹ ਵੀ ਪੂਰਾ ਲੱਗਿਆ ਪਿਆ ਸੀ, ਸਾਰੇ ਡੱਗਾ ਡੱਲ ਨਾਲ ਧੱਕਿਆ ਪਿਆ ਸੀ। ਤੇ ਮੈਂ ਕੱਢ ਲਿਆ, ਫਿਰ ਇਹ ਆ ਗਏ ਵਿੱਚ ਇਹਨਾਂ ਨੇ ਬਾਹਰ ਵੀ ਖਿੱਚਿਆ, ਫਿਰ ਅੰਦਰ ਆਏ ਜੀ। ਫਿਰ ਇਹ ਬੱਚਾ ਹਸਪਤਾਲ ਲੈ ਕੇ ਗਏ, ਹਸਪਤਾਲ ਬਠਿੰਡੇ ਬੱਚਿਆਂ ਦਿੱਲੀ ਪਬਲਿਕ ਸਕੂਲ ਸੀ ਤੇ ਆਪਣਾ ਕਿੰਨੀ ਉਮਰ ਸੀ ਬੱਚੇ ਦੀ? 2 ਸਾਲ ਦੀ ਉਮਰ ਸੀ ਜੀ। ਪਹਿਲੇ ਹਸਪਤਾਲ 'ਚ ਉੱਤੇ ਸਾਨੂੰ ਜਵਾਬ ਦਿੱਤਾ ਕਿ ਗਾਂਹ ਲੈ ਜਾਓ ਤੁਸੀਂ ਬੱਚੇ ਨੂੰ। ਫਿਰ ਦੂਜੇ ਹਸਪਤਾਲ 'ਚ ਲੈ ਗਏ ਜੀ, ਉੱਥੇ ਵੀ ਦੱਸਿਆ ਜੀ ਕਿ ਤੁਸੀਂ ਗਾਂਹ ਉੱਧਰ ਲੈ ਜਾਓ ਜੀ। ਉੱਥੇ ਲੈ ਕੇ ਤੇ ਫਿਰ ਉਹਨਾਂ ਨੇ ਦੱਸਿਆ ਕਿ ਬਈ ਬੱਚੇ ਦਾ ਹੈ ਹੀ ਨਹੀਂ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਇਸ ਤਾਂ ਹੀ ਆਨੇ ਜੀ, ਸਾਨੂੰ ਗਰੀਬ ਬੰਦੇ ਆ ਸਾਰੇ ਹੀ ਤੇ ਜੀ ਦਿਹਾੜੀਦਾਰ ਬੰਦੇ ਜੀ, ਤੇ ਜੋ ਵੀ ਹੋ ਸਕੇ ਉਹ ਸਾਡੀ ਸਹਾਇਤਾ ਕਰ ਸਕਦੇ ਹੋ। ਕੀ ਨਾਮ ਹੈ, ਕੀ ਘਟਨਾ, ਕਿਹੜਾ ਪਿੰਡ ਹੈ? ਮੇਰਾ ਪਿੰਡ ਵੀ ਕਾਹੀ ਹੈ ਜੀ, ਗਿੱਲ ਪੱਤੀ। ਘਟਨਾ ਇਹੀ ਹੈ ਵੀ ਪੌਣੇ 11 ਵਜੇ ਮਕਾਨ ਦੀ ਛੱਤ ਡਿੱਗ ਪਈ। ਉਹ ਥੱਲੇ ਬੱਚਾ ਸੀਗਾ, ਇੱਕ ਸੁੱਤਾ ਪਿਆ ਸੀ, 2 ਸਾਲ ਦੀ ਉਮਰ ਸੀ ਉਹਦੀ।